ਤੋਂ ਬਾਅਦ ਇੱਥੇ ਭਾਰਤੀ ਰਾਜਨੀਤੀ ਵਿੱਚ ਬੜੀ ਉਤਲ ਪੁਤਲ ਆ ਤਾਂ ਮੋਦੀ ਸਾਹਿਬ ਨੂੰ ਇਹਨੇ ਪੁੱਛ ਲਿਆ ਰਾਹੁਲ ਗਾਂਧੀ ਨੇ ਕਿ ਭਾਈ ਹੁਣ ਡਰ ਲੱਗਦਾ ਤੇ ਤੁਸੀਂ ਤੇ ਝੂਲੇ ਝਾਲੇ ਵਾਹਵਾ ਝੂਲੇ ਹੀ ਇਹਨਾਂ ਦੇ ਨਾਲ, ਕੀ ਗੱਲ ਹੈ ਹੁਣ। ਤਾਂ ਦੂਸਰੇ ਪਾਸੇ ਉਹਨਾਂ ਨੇ ਵੀ ਪਲਟਵਾਰ ਤਕੜੇ ਕੀਤੇ ਆ, ਜਿੱਦਾਂ ਖਾਸ ਤੌਰ ਤੇ ਜਵਾਹਰ ਲਾਲ ਨਹਿਰੂ ਨੂੰ ਘੇਰਿਆ ਗਿਆ ਕਿ ਅਸਲ ਦੇ ਵਿੱਚ ਜੇ ਵੀਟੋ ਪਾਵਰ ਮਿਲੀ ਹੈ ਚੀਨ ਨੂੰ ਤਾਂ ਇਹ ਨਹਿਰੂ ਕਰਕੇ ਮਿਲੀ ਆ, ਕਿਉਂਕਿ ਉਸ ਸਮੇਂ UN ਦੀ ਜਿਹੜੀ ਪ੍ਰਾਥਮਿਕਤਾ ਸੀਗੀ ਉਹ ਭਾਰਤ ਸੀ, ਤਾਂ ਇਹਨਾਂ ਨੇ ਠੁਕਰਾ ਕੇ ਉਹਨਾਂ ਨੂੰ ਵੀਟੋ ਪਾਵਰ ਦਿੱਤੀ ਆ। ਤਾਂ ਉਹਦੇ ਤੇ ਕਾਂਗਰਸੀ ਅੱਡ ਆਪਣਾ ਤਰਕ ਦੇ ਰਹੇ ਆ ਕਿ ਉਸ ਸਮੇਂ ਪੰਡਿਤ ਨਹਿਰੂ ਨੇ ਸੰਸਦ ਦੇ ਵਿੱਚ ਜਵਾਬ ਦਿੱਤਾ ਸੀਗਾ ਕਿ ਸਾਨੂੰ ਇਹੋ ਜਿਹਾ ਕੋਈ ਪ੍ਰਪੋਜ਼ਲ ਹੈ ਜਿਹੜਾ ਉਹ UN ਚੋਂ ਨਹੀਂ ਮਿਲਿਆ। ਖੈਰ ਇਸੇ ਤਰ੍ਹਾਂ ਹੀ ਇਹ ਬਹਿਸ ਜਿਹੜੀ ਆ ਉਹ ਹੁਣ ਚਲਦੀ ਰਾਤ ਤੱਕ ਪਹੁੰਚੀ ਆ। ਮੇਰੇ ਖਿਆਲ ਦੇ ਨਾਲ ਕੱਲ੍ਹ ਦੇ ਜਿਹੜੇ ਅਖਬਾਰ ਹੋਣਗੇ ਉਹ ਇਸੇ ਹੀ ਬਹਿਸ ਦੇ ਵਿੱਚ ਰੰਗੇ ਮਿਲਣਗੇ ਤੁਹਾਨੂੰ। ਉਹ ਮੁੱਦਾ ਜਿਹੜਾ ਕਾਫੀ ਭਖਿਆ, ਪਰ ਲੇਟੈਸਟ ਅਪਡੇਟ ਇੱਕ ਜਿਹੜੀ ਇਸ ਮਾਮਲੇ ਦੇ ਵਿੱਚ ਆਉਣ ਰਹੀ ਹੈ, ਜਿਹੜੀ ਕੰਮ ਦੀ ਚੀਜ਼ ਆ ਉਹ ਇਹ ਆ ਕਿ ਦੱਸਦੇ ਆ ਕਿ ਹਾਲੇ ਵੀ ਮਸੂਦ ਅਜ਼ਹਰ ਜਿਹੜਾ ਆ ਉਹ ਕਰ ਸਕਦਾ, ਕਿਉਂਕਿ ਇਹ ਜਿਹੜਾ ਮਤਾ ਜਿੱਦਾਂ ਕੌਂਸਲ ਕੋਲ ਜਾ ਸਕਦਾ, ਸੈਕਸ਼ਨ ਕਮੇਟੀ ਦੇ ਵਿੱਚ ਤਾਂ ਡਿੱਗੀ ਪਿਆ, ਸੈਕਸ਼ਨ ਕਮੇਟੀ ਤੋਂ ਬਾਅਦ ਇਹ ਕੌਂਸਲ ਦੇ ਵਿੱਚ ਜੇ ਜਾਂਦਾ ਉੱਥੇ ਮੰਨ ਲਓ ਜਿੱਦਾਂ 9 ਰਿਕੁਆਇਰਮੈਂਟ ਹੈਗੀ ਹੈ ਕਿ 9 ਦੀ ਰਿਕੁਆਇਰਮੈਂਟ ਹੈ ਕਿ ਜੇ 9 ਪੱਖ 'ਚ ਖੜਦੇ ਆ ਤੇ ਫਿਰ ਚੀਨ ਦੀ ਵੀਟੋ ਜਿਹੜੀ ਆ ਉਹ ਵੀ ਪਾਸੇ ਰਹਿ ਜੂਗੀ, ਤਾਂ ਇਹ ਮਤਾ ਜਿਹੜਾ ਪ੍ਰਵਾਨ ਕਰ ਲਿਆ ਜਾਊਗਾ। ਤਾਂ ਇੱਥੇ ਦੱਸਦੇ ਆ ਕਿ ਕੌਂਸਲ ਦੇ ਵਿੱਚ 15 ਚੋਂ 11 ਜਿਹੜੇ ਮੈਂਬਰ ਆ ਪਰਮਾਨੈਂਟ ਮੈਂਬਰ ਉਹ ਵਿੱਚ ਕੁਛ 27 ਹੁੰਦੇ ਕੁਛ 27 ਹੁੰਦੇ ਆ, ਤਾਂ 15 ਚੋਂ 11 ਇਹਦੇ ਨਾਲ ਆ। ਤਾਂ ਹੁਣ ਦੇਖਣਾ ਇਹ ਹੋਏਗਾ ਕਿ ਇਹਦਾ ਕਿੰਨਾ ਕੁ ਅਸਰ ਹੁੰਦਾ ਇਸ ਚੀਜ਼ ਦਾ, ਕਿਉਂਕਿ ਜੇ ਦੇਖੀਏ ਚੀਨ ਨੇ ਜਿਹੜਾ ਤਾਜ਼ਾ ਯੂ ਟਰਨ ਲਿਆ ਉਹ ਸ਼ਾਇਦ ਇਸੇ ਕਰਕੇ ਹੀ ਲਿਆ ਕਿਉਂਕਿ ਇਹਨਾਂ ਨੂੰ ਲੱਗਦਾ ਕਿ ਸੈਂਕਸ਼ਨ ਕਮੇਟੀ ਤੋਂ ਬਾਅਦ ਜਦੋਂ ਕੌਂਸਲ 'ਚ ਮੁੱਦਾ ਜਾਊਗਾ ਤੇ ਉੱਥੇ ਬਿਲਕੁਲ ਅਸੀਂ ਚਿਰ ਜਾਵਾਂਗੇ। ਤਾਂ ਹੁਣ ਇਹਨਾਂ ਨੇ ਕਿਹਾ ਕਿ ਦੇਖੋ ਜੀ ਅਸੀਂ ਇਸ ਮਤੇ ਦੇ ਖਿਲਾਫ ਨਹੀਂ ਹਾਂ, ਪਰ ਇਸ ਮੁੱਦੇ ਤੇ ਇੱਕ ਸਵੱਛ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਕਿ ਸਾਫ਼ ਗੋਈ ਨਾਲ ਗੱਲਬਾਤ ਹੋਣੀ ਚਾਹੀਦੀ, ਇਹ ਚਾਈਨਾ ਨੇ ਕਿਹਾ। ਇਹ ਮਤਲਬ ਕਿ ਹੁਣ ਯੂ ਟਰਨ ਮਾਰਿਆ ਉਹ ਸ਼ਾਇਦ ਇਸੇ ਕਰਕੇ ਆ ਕਿਉਂਕਿ ਇਹਦੇ ਵਿੱਚ ਤੁਹਾਨੂੰ ਪਤਾ ਕਈ ਚਾਰਟਰ ਆ, ਇਹਨਾਂ ਦੇ ਵਿੱਚ ਇਹ ਵੀ ਪ੍ਰਬੰਧ ਆ ਕਿ ਜੇ ਮੰਨ ਲਓ ਕੋਈ ਇਸ ਤਰ੍ਹਾਂ ਦੇਸ਼ ਕਿਸੇ ਅੱਤਵਾਦੀ ਨੂੰ ਸੁਰੱਖਿਆ ਦਿੰਦਾ ਜਾਂ ਪਨਾਹ ਦਿੰਦਾ ਜਾਂ ਉਹਦੀ ਪਿੱਠ ਥਾਪੜਾ ਕਰਦਾ ਤਾਂ ਉਹਨੂੰ ਵੀ ਉਸੇ ਸ਼੍ਰੇਣੀ 'ਚ ਪਾਇਆ ਜਾਂਦਾ। ਤਾਂ ਸ਼ਾਇਦ ਇਹੀ ਚੀਜ਼ਾਂ ਇਹ ਥੋੜ੍ਹਾ ਜਿਹਾ ਹੁਣ ਰੁੱਖ ਜਿਹੜਾ ਉਹ ਬਦਲਦਾ ਨਜ਼ਰ ਆ ਰਿਹਾ, ਬਾਕੀ ਸਾਰੀਆਂ ਚੀਜ਼ਾਂ ਹੁਣ ਹੌਲੀ ਹੌਲੀ ਸਾਫ਼ ਹੋਣਗੀਆਂ। ਕਾਫੀ ਇਹ ਮੁੱਦਾ ਜਿਹੜਾ ਭਖਿਆ ਹੋਇਆ ਵੈਸੇ ਭਾਰਤੀ ਰਾਜਨੀਤੀ ਦੇ ਜੇ ਆਪਾਂ ਨੁਕਤੇ ਨਿਗਾਹ ਤੋਂ ਦੇਖੀਏ। ਜੀ ਅਗਲੀ ਗੱਲ ਕਰਦੇ, ਕੇਂਦਰ ਨੇ SC ਨੂੰ ਸੁਪਰੀਮ ਕੋਰਟ ਨੂੰ ਕਿਹਾ ਵੀ ਬਿਨਾਂ ਇਜਾਜ਼ਤ ਪੇਸ਼ ਨਹੀਂ ਕਰ ਸਕਦੇ ਗੁਪਤ ਰਾਫੇਲ ਦਸਤਾਵੇਜ਼। ਇਹ ਵੀ ਇੱਕ ਬੜੀ ਅੱਜ ਮਹੱਤਵਪੂਰਨ ਸੁਣਵਾਈ ਹੋਈ ਆ। ਤੁਹਾਨੂੰ ਪਤਾ ਹੀ ਹੈ ਕਿ ਪਹਿਲਾਂ ਦਸਤਾਵੇਜ਼ ਚੋਰੀ ਹੋਏ, ਫਿਰ ਫੋਟੋ ਕਾਪੀ ਹੋਏ, ਹੁਣ ਇਹ ਕਹਿੰਦੇ ਆ ਕਿ ਜੀ ਦੇਖੋ ਇਹ ਜਿਹੜਾ ਮਾਮਲਾ ਹੈ ਉਹ ਇੱਥੇ ਆ ਕੇ ਫਸਦਾ ਕਿ ਬਿਨਾਂ ਇਜਾਜ਼ਤ ਇਹ ਗੁਪਤ ਰਾਫੇਲ ਡੀਲ ਦੇ ਦਸਤਾਵੇਜ਼ ਜਿਹੜੇ ਆ ਉਹ ਪੇਸ਼ ਨਹੀਂ ਕੀਤੇ ਜਾ ਸਕਦੇ। ਤਾਂ ਉਧਰ ਪ੍ਰਸ਼ਾਂਤ ਭੂਸ਼ਣ ਨੇ, ਕਿਉਂਕਿ ਇਹ ਕੇਂਦਰ ਦਾ ਤਰਕ ਆ ਕਿ ਅਸਲ ਦੇ ਵਿੱਚ ਜਿਹੜੇ ਕੌਨਫੀਡੈਂਸ਼ੀਅਲ ਦਸਤਾਵੇਜ਼ ਆ ਉਹ ਸਿੱਧੇ ਪੇਸ਼ ਨਹੀਂ ਕੀਤੇ ਜਾ ਸਕਦੇ, ਮਤਲਬ ਕਿ ਖੁੱਲੇ ਰੂਪ ਦੇ ਵਿੱਚ ਬਿਨਾਂ ਆਗਿਆ ਤੋਂ ਬਿਨਾਂ ਪਰਮਿਸ਼ਨ ਤੋਂ ਪੇਸ਼ ਨਹੀਂ ਕੀਤੇ ਜਾ ਸਕਦੇ। ਤਾਂ ਉਧਰ ਪ੍ਰਸ਼ਾਂਤ ਭੂਸ਼ਣ ਜੀ ਹੈ ਜਿਹੜੇ ਉਹ ਕਹਿੰਦੇ ਆ ਕਿ ਜਿਹੜੇ ਦਸਤਾਵੇਜ਼ਾਂ ਉੱਤੇ ਅਟਾਰਨੀ ਜਨਰਲ ਵਿਸ਼ੇਸ਼ ਅਧਿਕਾਰ ਦਾ ਦਾਅਵਾ ਕਰ ਰਹੇ ਆ ਉਹ ਪ੍ਰਕਾਸ਼ਿਤ ਹੋ ਚੁੱਕੇ ਤੇ ਜਨਤਕ ਹੋ ਚੁੱਕੇ ਆ। ਉਹਨਾਂ ਨੇ ਇਹ ਤਰਕ ਦਿੱਤਾ, ਮੋੜਵਾਂ ਤਰਕ ਉਹਨਾਂ ਦਾ ਇਹ ਆ ਕਿ ਤੇ ਪਹਿਲਾਂ ਹੀ ਪਬਲਿਕ ਡੋਮੇਨ ਦੇ ਵਿੱਚ ਆ ਚੁੱਕੇ ਆ। ਸੋ ਦੂਜੇ ਪਾਸੇ ਹੁਣ ਸੁਪਰੀਮ ਕੋਰਟ ਨੇ ਭੂਸ਼ਣ ਸਾਹਿਬ ਨੂੰ ਕਿਹਾ ਕਿ ਅਸੀਂ ਕੇਂਦਰ ਦੇ ਮੁੱਢਲੇ ਐਤਰਾਜ਼ ਉੱਤੇ ਫੈਸਲਾ ਲੈਣ ਤੋਂ ਬਾਅਦ ਹੀ ਮਾਮਲੇ ਦੇ ਤੱਥਾਂ ਉੱਤੇ ਵਿਚਾਰ ਕਰਾਂਗੇ। ਯਾਨੀ ਮਾਮਲਾ ਸਾਫ਼ ਹੈ ਕਿ ਜੋ ਹੁਣ ਇਹਨਾਂ ਨੇ ਸਭ ਤੋਂ ਪਹਿਲਾਂ ਐਤਰਾਜ਼ ਲਾਇਆ ਜਾਂ ਤਰਕ ਦਿੱਤਾ ਕੇਂਦਰ ਵਾਲਿਆਂ ਨੇ, ਸੁਪਰੀਮ ਕੋਰਟ ਨੇ ਆਖਿਆ ਕਿ ਆਪਾਂ ਅਗਲੀ ਕਾਰਵਾਈ ਬਾਅਦ 'ਚ ਕਰੂੰਗੇ, ਪਹਿਲਾਂ ਇਹਦਾ ਮਾਮਲਾ ਨਜਿੱਠ ਲਈਏ ਕਿ ਕੀ ਇਹ ਜਿਹੜੇ ਦਸਤਾਵੇਜ਼ ਆ ਉਹ ਜਨਤਕ ਕੀਤੇ ਜਾ ਸਕਦੇ ਆ ਜਾਂ ਪ੍ਰਵਾਨ ਕੀਤੇ ਜਾ ਸਕਦੇ ਸੁਣਵਾਈ ਵਾਸਤੇ ਜਾਂ ਨਹੀਂ। ਤਾਂ ਹੁਣ ਇਹ ਫੈਸਲਾ ਜਿਹੜਾ ਪਹਿਲਾਂ ਸੁਪਰੀਮ ਕੋਰਟ ਕਰੂਗੀ ਕਿ ਇਹਦੇ ਤੇ ਕੀ ਅੜਿਕਾ। ਵੈਸੇ ਕਿਉਂਕਿ ਇਹਨਾਂ ਨੇ RTI ਕਾਨੂੰਨ ਦਾ ਹਵਾਲਾ ਦਿੱਤਾ, RTI ਕਾਨੂੰਨ ਦੇ ਵਿੱਚ ਇੱਕ ਪ੍ਰਬੰਧ ਆ, ਉਹ ਪ੍ਰਬੰਧ ਕੀ ਕਹਿੰਦਾ ਆ, ਉਹ ਪ੍ਰਬੰਧ ਇਹ ਕਹਿੰਦਾ ਕਿ ਬਹੁਤ ਸਾਰੇ ਕਾਗਜ਼ ਜਿਹੜੇ ਆ ਉਹ ਜਨਤਕ ਕੀਤੇ ਜਾ ਸਕਦੇ, ਮਤਲਬ ਕਿ ਸੂਚਨਾ ਸਾਂਝੀ ਕੀਤੀ ਜਾ ਸਕਦੀ ਆ, ਬਸ਼ਰਤੇ ਆ ਕਿ ਉਹ ਕੌਨਫੀਡੈਂਸ਼ੀਅਲ ਨਾ ਹੋਵੇ। ਸੋ ਕੌਨਫੀਡੈਂਸ਼ੀਅਲ ਹੁਣ ਕੀ ਆ, ਉਹਦੀ ਕੋਈ ਸ਼੍ਰੇਣੀ ਜਿਹੜੀ ਆ ਪ੍ਰਭਾਸ਼ਿਤ ਨਹੀਂ ਹੈ।
मतलब कॉन्फिडेंशियल तो भाव यह कि ਜਿਹੜਾ मामला जनता के सरोकारां नाल जुड़िया यानी पब्लिक इंटरस्ट नाल जुड़िया वो तुहानूं जनतक किया जा सकता। तो हुण इत्थे यही कानून का एक पचड़ा वा कि किहड़ी चीज़ जिहड़ी आ वो पब्लिक हित दे विच है जां किहड़ी चीज़ कॉन्फिडेंशियल है, इहदी किते भी परिभाषा जिहड़ी वो सखावे तरीके नाल नहीं मिलदी। जी जी जी। अगली मिंटू जी गल करते हैं, कहते करतारपुर साहब दे लांघे नूं लैके भारत ते पाकिस्तान दे दरम्यान हुई है गलबात। ये तो बहुत मैं कहूँगा कि सुखद खबर है, सुखावी खबर है और रूहां नूं ठंड पाउण वाली खबर है। क्योंकि रूहां नूं ठंड इस करके मैं कह रहा कि क्योंकि माहौल बड़ा तपिया होया सीगा, इन्ना तपिया होया सीगा कि लगदा इहो सीगा कि हुण किते बरूद जिहड़ा ओह ना फिजा च घुल जावे। तां इहदे विच मेरे ख्याल दे नाल दोहें सरकारां जिहड़ियां ओह सलौता दीयां पात्र ने, भारतीय सरकार भी पाकिस्तानी सरकार भी, कि इस मुद्दे ते घट्टो घट्ट उन्होंने भावनावां दा ख्याल रखिया, यानी इनू उन्होंने अपनी युद्ध नीति च नहीं घड़ीसिया। इसलिए शुक्रगुजार होना चाहिए दोनों सरकारों का। तो ये जड़ा बहुत नेक कर्म नेक उद्यम जड़ा होया उसकी अज शुरुआत हो गई है, एक तरह अधिकार की शुरुआत कह सकते हैं। तो दोनों देशों का वफद जड़ा वो बैठा, ये एक दो नुकते है जिहड़े भारत सरकार वालों यानी भारत वालों पेश किए गए सन। तो ये एक मंग तय की गई है कि डेली 5000 श्रद्धालु जान की खुल होवे, मतलब कि रोजाना 5000 श्रद्धालुओं की करतारपुर साहब के विच आमद हो सके, ऐसा यकीनी बनाओ। क्योंकि उन्होंने मेरे ख्याल के 500 ही अलाउ किए शुरुआत के नाल। ये भी गल कही है कि देखो जो इतिहासिक मौके आउणगे, इतिहासिक दिहाड़े आउणगे, तो ये तादाद जिहड़ी आ वधा के 10,000 कर दो। तुहानूं पता ही है जे विसाखी आउंदी है या होर कोई गुरपुरब आउंदा या कोई इस तरह का विशेष दिहाड़ा आउंदा तो संगत की आमद जिहड़ी आ वध जांदी है हमेशा। तो इस मद्देनजर उन्होंने कहा कि 10,000 घट्टो घट्ट तादाद कर दो खास मौकों पर, विशेष मौकों पर। तो नाल पासपोर्ट वाला जिहड़ा तुहानूं पता ही है कि ये एक बहुत कसूता पेच सीगा इस मामले दे विच। तो उहदे ते हुण जिन्नी कोई जानकारी मिल सकी है, जिन्नी कोई जानकारी इकट्ठी कर सकिया मैं, तो उहदे विच दस दिया कि पासपोर्ट लाजमी होएगा। क्योंकि कैप्टन अमरिंदर सिंह भी मंग करता पाया सीगा कि पासपोर्ट जिहड़ा वो गैर लाजमी होना चाहिए, पर इत्थे दस्सिया जा रहा है कि पासपोर्ट लाजमी ही होएगा। और वैसे वीजा नहीं शायद होएगा, वीजा की थां ते कोई परमिट प्रणाली जिहड़ी है वो लागू कर सकते हैं। सो ये बैठक जिहड़ी आ वो अज एक बारी ते खत्म हो गई है, पर फिर मेरे ख्याल के नाल अप्रैल के शुरुआत के विच होनी है, पर उस तो पहला एक बारी 19 मार्च नूं शायद ये दोबारा फिर मीटिंग लई जाऊगी। तो दोनों देशों के वफद जिहड़े मिले आ ये नुकतियां ते चर्चा करते पे आ, फाइनल करते पे जो भी इन्होंने तरजीहां देखनियां ने आपो अपनियां। तो इस तो बाद हुण बस इको एक ही रह जाना इंतजार वो आ कि कदों कॉरीडोर जिहड़ा वो शुरू होएगा। पर मेरे ख्याल दे नाल पासपोर्ट वाला जिहड़ा नुकता सीगा इहदे विच थोड़ा जिहा होर रुख जिहड़ा नरम करने की जरूरत थी, क्योंकि साधारण बंदे को पासपोर्ट नहीं होंदा। और कई बार यह कि बहुत पछड़े वर्ग चों आउंदे लोग जिहड़े आ वो पासपोर्ट वाले चक्करां च नहीं पैंदे। ये एक है कि पासपोर्ट जिहड़ा लाजमी किया गया, जरूरी किया गया कि इहदे थां ते कोई होर ट्रैवल डॉक्यूमेंट होंदा। तो मेरे ख्याल तुहाडी आवाज़ कट्टी गई सी जी जी। सो मेरा सवाल सीगा भी लोक सभा चोणां दे विच कहंदे फिर बोलूगी सिद्धू दी तूती आशा कुमारी ने किया है ऐलान। सिद्धू इन्हां दा स्टार प्रचारक है, इहदे तो कोई भी बंदा जिहड़ा मुनकर नहीं हो सकता। पर कुछ समा नवजोत सिद्धू दे प्रतिकूल गुजरिया, जिवें आपां देखिया करतारपुर साहब लांघे का मसला सीगा जिहड़ा थोड़ा जिहा प्रतिकूल होया, फिर रेल हादसा होया अमृतसर, फिर उस तो बाद जिवें ही काम शुरू होया भारत पाकिस्तान का, उस तो बाद बयान नवजोत सिद्धू का आ गया, उस बयान तो फिर कंट्रोवर्सी हुई। फिर सब तो ज्यादा औखा समा नवजोत सिद्धू दी उदों आया जदों पिछे जे राहुल गांधी मोगे दे विच आया ते इहनूं बोलण नहीं सी दिता गया। ते इह जदों बोलिया फिर इहने दिल दी पीड़ लोकां दे विच रखी कि मैनूं मेरी थां दसी गई। जे पंजाबी च आखीए ते बंदा जिवें दुखी होया कहंदा ना कि मैनूं मेरी औकात दसी गई है। इस तो लगदा सीगा कि शायद नवजोत सिद्धू है जिहड़ा वो अंदरों अंदरी खफा, पर उस दिन आपां इह गल कही सीगी, आपां जरूर चर्चा की थी कि शायद नवजोत सिद्धू नूं एक रणनीति के तहत उससे बोलण नहीं दिता गया कि कैप्टन अमरिंदर सिंह जो कि हिंदू वोट बैंक नूं हमेशा मद्देनजर रख के चल रहा है, राष्ट्रवादता का जिहड़ा ओहदा सिद्धांत है अजकल
ਉਹਨਾਂ ਚੀਜ਼ਾਂ ਤੇ ਸ਼ਾਇਦ ਪਹਿਰਾ ਦਿੱਤਾ ਗਿਆ। ਤਾਂ ਇੱਥੇ ਹੁਣ ਦੋ ਚੀਜ਼ਾਂ ਜਿਹੜੀਆਂ ਸਾਫ਼ ਹੋ ਜਾਂਦੀਆਂ ਕਿ ਅਸਲ ਦੇ ਵਿੱਚ ਪੰਜਾਬ ਦਾ ਕਾਂਗਰਸੀ ਕੈਪਟਨ ਅਮਰਿੰਦਰ ਸਿੰਘ ਹੀ ਆ, ਪਰ ਜੇ ਪੰਜਾਬ ਤੋਂ ਬਾਹਰ ਦੀ ਗੱਲ ਕਰਦੇ ਆ ਤਾਂ ਉੱਥੇ ਪੰਜਾਬੀ ਲੀਡਰਸ਼ਿਪ ਦੇ ਵਿੱਚੋਂ ਜੇ ਕੋਈ ਚਿਹਰਾ ਚਮਕਦਾ ਤਾਂ ਉਹ ਆ ਨਵਜੋਤ ਸਿੱਧੂ ਕਾਂਗਰਸ। ਯਾਨੀ ਜੇ ਪੰਜਾਬ ਤੋਂ ਬਾਹਰ ਦੀ ਗੱਲ ਹੋਊਗੀ ਤਾਂ ਨਵਜੋਤ ਸਿੱਧੂ ਕੈਪਟਨ ਹੋਊਗਾ ਪੰਜਾਬ ਦੀ ਲੀਡਰਸ਼ਿਪ ਤੋਂ, ਪਰ ਜੇ ਪੰਜਾਬ ਦੀ ਕਾਂਗਰਸ ਦੀ ਗੱਲ ਪੰਜਾਬ ਦੀ ਹੋਊਗੀ ਤਾਂ ਇੱਥੇ ਕੈਪਟਨ ਹੀ ਰਹੂਗਾ। ਤੋ ਇਹਨਾਂ ਨੇ ਸਾਫ਼ ਕਰ ਦਿੱਤਾ ਤਾਂ ਸਟਾਰ ਪ੍ਰਚਾਰਕ ਹੈ ਜਿਹੜਾ ਉਹ ਨਵਜੋਤ ਸਿੱਧੂ ਹੋਊਗਾ। ਖੈਰ ਦੇਖਦੇ ਹਾਂ, ਪਰ ਮੇਰੇ ਖਿਆਲ ਦੇ ਨਾਲ ਰਾਜ ਕਰਨਵੀਰ ਸਿੰਘ ਜੀ ਨਵਜੋਤ ਸਿੱਧੂ ਨੇ ਜਿੱਦਾਂ ਪਿਛਲਾ ਸਮਾਂ ਸੀਗਾ, ਪਿਛਲੇ ਸਮੇਂ ਦੇ ਵਿੱਚ ਜਿਨ੍ਹਾਂ ਨੇ ਕਾਮਯਾਬੀ ਨਾਲ ਕੰਪੇਨ ਕੀਤਾ ਜਦੋਂ ਕੁਛ ਰਾਜਾਂ ਦੇ ਇਲੈਕਸ਼ਨ ਹੋਏ ਸੀਗੇ ਪਿੱਛੇ ਜੇ, ਤਾਂ ਐਤਕੀ ਚੀਜ਼ਾਂ ਜਿਹੜੀਆਂ ਉਹ ਵੱਖ ਹੋਣਗੀਆਂ ਕਿਉਂਕਿ ਰਾਸ਼ਟਰਵਾਦੀ ਆ ਜਿਹੜੇ, ਕਿਉਂਕਿ ਇਸ ਸਮੇਂ ਮਾਹੌਲ ਹੀ ਰਾਸ਼ਟਰਵਾਦਤਾ ਵਾਲਾ ਬਣਿਆ, ਤਾਂ ਰਾਸ਼ਟਰਵਾਦੀ ਇਹਦਾ ਵਿਰੋਧ ਕਰਨਗੇ ਬਾਹਰਲੀਆਂ ਸਟੇਟਾਂ। ਪੰਜਾਬ ਦੇ ਵਿੱਚ ਤੇ ਦੇਖੋ ਜਿੰਨੇ ਕੁ ਇਹਦੀ ਮੁਖਾਲਫਤ ਕਰਦੇ ਆ ਉਸ ਤੋਂ ਜ਼ਿਆਦਾ ਇਹਦੇ ਪੱਖ 'ਚ ਖੜ ਜਾਂਦੇ ਨਵਜੋਤ ਸਿੱਧੂ ਦੇ, ਚਾਹੇ ਕੋਈ ਵੋਟ ਕਾਂਗਰਸ ਨੂੰ ਪਾਉਂਦਾ ਜਾਂ ਨਹੀਂ ਪਾਉਂਦਾ। ਪਰ ਜਦੋਂ ਪੰਜਾਬ ਤੋਂ ਬਾਹਰ ਜਾ ਕੇ ਇਹ ਇਸ ਤਰ੍ਹਾਂ ਦਾ ਕੰਪੇਨ ਕਰੂਗਾ ਤਾਂ ਮੇਰੇ ਖਿਆਲ ਦੇ ਨਾਲ ਉੱਥੇ ਵਿਰੋਧ ਵੀ ਹੋਊਗਾ, ਤਾਂ ਉਸ ਵਿਰੋਧ ਦਾ ਦਬਾਅ ਜਿਹੜਾ ਨਵਜੋਤ ਸਿੱਧੂ ਕਿਸ ਤਰ੍ਹਾਂ ਬਰਦਾਸ਼ਤ ਕਰੂਗਾ, ਕਿਸ ਤਰ੍ਹਾਂ ਚੱਲੂਗਾ, ਇਹ ਇੱਕ ਬਹੁਤ ਵੱਡਾ ਚੈਲੰਜ ਰਹੇਗਾ। ਪਰ ਵੈਸੇ ਉਹ ਖਿਡਾਰੀ ਵੀ ਰਹਿ ਚੁੱਕਾ, ਸਿਆਸਤਦਾਨ ਵੀ ਆ, ਤਾਂ ਦਬਾਅ ਝੱਲਣਾ ਨੂੰ ਆਉਂਦਾ ਤਾਂ ਉਹਦਾ ਟਾਕਰਾ ਕਿੱਦਾਂ ਕਰਦਾ, ਉਹਦੀ ਕਾਟ ਕੇ ਕਿੱਦਾਂ ਲੱਭਦਾ, ਇਹ ਦੇਖਣਾ ਦਿਲਚਸਪ ਰਹੇਗਾ। ਜੀ ਜੀ ਜੀ। ਅਗਲੀ ਜਿਹੜੀ ਗੱਲ ਕਰਦੇ ਕਹਿੰਦੇ ਅਕਾਲੀ ਦਲ ਦੀ ਰੈਲੀ 'ਚ ਚੱਲੀ ਸ਼ਰਾਬ ਨਾਲ ਭੁੱਕੀ ਸਿਆਸਤ ਨਾਲ, ਜਿਹੜੇ ਕਹਿੰਦੇ ਜੀ ਇਸ ਦੇ ਕਾਰਨ ਜਿਹੜੀ ਸਿਆਸਤ ਵੀ ਜਿਹੜੀ ਕਾਫੀ ਭਖੀ ਆ। ਚੋਣ ਅਫਸਰ ਪਹੁੰਚੇ ਆ ਟਕਸਾਲੀਆਂ ਦੇ ਕੋਲ। ਦੇਖੋ ਇਹਦਾ ਮਸਲਾ ਕੀ ਸੀਗਾ ਰੈਲੀ ਦਾ, ਇਹ ਇੱਕ ਚੈਨਲ ਨੇ ਲਾਈਵ ਵੀਡੀਓ ਦਿਖਾ ਦਿੱਤੀ ਸੀਗੀ ਕਿਉਂਕਿ ਰੈਲੀ ਤੋਂ ਬਾਅਦ ਦੱਸਦੇ ਆ ਕਿ ਉੱਥੇ ਜਿਸ ਤਰੀਕੇ ਨਾਲ ਡੱਟ ਖੋਲੇ ਗਏ ਉਸ ਤਰ੍ਹਾਂ ਲੱਗਦਾ ਸੀ ਮਾਹੌਲ ਜਿਸ ਤਰ੍ਹਾਂ ਆਮ ਆਪਣੇ ਪਿੰਡਾਂ ਦੇ ਵਿੱਚ ਵਿਆਹ ਸ਼ਾਦੀਆਂ ਦਾ ਚੱਲਦਾ। ਉਹ ਤੋਂ ਜਦੋਂ ਲਾਈਵ ਹੋ ਗਈ ਵੀਡੀਓ ਫਿਰ ਬਾਅਦ 'ਚ ਰੌਲਾ ਪੈ ਗਿਆ। ਵੈਸੇ ਨੋਟਿਸ ਜਿਹੜਾ ਆ ਉਹ ਲੈ ਲਿਆ ਸੀਗਾ ਪਹਿਲਾਂ ਹੀ, ਜਿਹੜਾ ਪੰਜਾਬ ਦਾ ਚੋਣ ਕਮਿਸ਼ਨ ਦਾ ਅਮਲਾ ਉਹਨਾਂ ਨੇ ਪਹਿਲਾਂ ਹੀ ਇਸ ਚੀਜ਼ ਦਾ ਨੋਟਿਸ ਲੈ ਲਿਆ, ਪਰ ਅੱਜ ਦੱਸਦੇ ਆ ਕਿ ਜਿਹੜੇ ਟਕਸਾਲੀ ਆ ਉਹ ਪਹੁੰਚ ਗਏ ਉੱਥੇ ਮੁੱਖ ਚੋਣ ਕਮਿਸ਼ਨਰ ਦੇ ਕੋਲ, ਤਾਂ ਉਹਨਾਂ ਨੇ ਸ਼ਿਕਾਇਤ ਕਰ ਦਿੱਤੀ ਆ। ਜਿਹੜਾ ਸਟੇਟ ਦਾ ਸਾਡਾ ਇਹ ਚੋਣ ਕਮਿਸ਼ਨ ਆ ਉਹਦੇ ਕੋਲ ਜਾ ਕੇ ਸ਼ਿਕਾਇਤ ਕਰ ਦਿੱਤੀ ਆ। ਇਹਦੇ ਤੇ ਹੁਣ ਸਫਾਈ ਦਿੱਤੀ ਆ ਬੀਬੀ ਜਗੀਰ ਕੌਰ ਨੇ। ਬੀਬੀ ਜਗੀਰ ਕੌਰ ਕਹਿੰਦੀ ਆ ਕਿ ਮੇਰੀ ਮੌਜੂਦਗੀ 'ਚ ਸ਼ਰਾਬ ਨਹੀਂ ਵਰਤਾਈ। ਹਾਲਾਂਕਿ ਉਹਨਾਂ ਇਹ ਨਹੀਂ ਕਿਹਾ ਗਿਆ, ਇਹ ਨਹੀਂ ਕਿਹਾ ਉਹਨਾਂ ਵੱਲੋਂ, ਇਹ ਨਹੀਂ ਕਿਹਾ ਗਿਆ ਕਿ ਸ਼ਰਾਬ ਨਹੀਂ ਵਰਤਾਈ ਗਈ। ਉਹ ਕਹਿੰਦੇ ਕਿ ਮੇਰੀ ਮੌਜੂਦਗੀ ਦੇ ਵਿੱਚ, ਮੇਰੀ ਹਾਜ਼ਰੀ 'ਚ ਨਹੀਂ ਵਰਤਾਈ ਗਈ। ਖੈਰ ਜੋ ਵੀ ਹੋਇਆ ਬਹੁਤ ਸ਼ਰਮਨਾਕ ਗੱਲ ਆ ਕਿਉਂਕਿ ਦੇਖੋ ਪੰਥਕ ਸੀਟ ਆ ਔਰ ਪੰਥਕ ਪਾਰਟੀ ਉੱਥੇ ਫਾਈਟ ਕਰਦੀ ਪਈ ਆ। ਤਾਂ ਇੱਕ ਪਾਸੇ ਬਰਗਾੜੀ ਵਾਲੇ ਜਿਸ ਤਰ੍ਹਾਂ ਦੇ ਤੁਹਾਨੂੰ ਪਤਾ ਹੀ ਹੈ ਕਿ ਵਾਪਰੇ, ਬਾਈਬਲ ਖਾਨ ਵਾਪਰਿਆ, ਉਹਨਾਂ ਚੀਜ਼ਾਂ ਤੋਂ ਉੱਭਰ ਰਿਹਾ ਅਕਾਲੀ ਦਲ। ਤਾਂ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਕਰਨੀਆਂ ਮੇਰੇ ਖਿਆਲ ਦੇ ਨਾਲ ਉਹ ਅਕਾਲੀ ਦਲ ਵਾਸਤੇ ਹੀ ਨੁਕਸਾਨਦਾਇਕ ਆ। ਸੋ ਇਹਨਾਂ ਨੇ ਜਿਸ ਤਰੀਕੇ ਨਾਲ ਤਿਆਰੀ ਵਿੱਢੀ ਸੀ, ਸ਼ੁਰੂਆਤ ਕੀਤੀ, ਸ਼ੁਰੂਆਤੀ ਦੌਰ ਦੇ ਵਿੱਚ ਹੀ ਇਹਨਾਂ ਨੂੰ ਇੱਕ ਵੱਡਾ ਝਟਕਾ ਲੱਗਿਆ ਕਿਉਂਕਿ ਜਿਸ ਤਰੀਕੇ ਦੀ ਉਹ ਵੀਡੀਓ ਆਈ ਆ ਉਸ ਤੋਂ ਬਾਅਦ ਜਿਹੜੇ ਪ੍ਰਤੀਕਰਮ ਆਏ ਆ ਲੋਕਾਂ ਦੇ। ਹਾਲਾਂਕਿ ਇਹ ਆਪਾਂ ਨੂੰ ਵੀ ਪਤਾ ਰੈਲੀ ਚਾਹੇ ਕਿਸੇ ਦੀ ਵੀ ਹੋਵੇ, ਕੋਈ ਵਿਰਲਾ ਟਾਵਾਂ ਹੀ ਆ ਜਿਹੜਾ ਰੈਲੀ ਭੁੱਖੀ ਸ਼ਰਾਬ ਤੋਂ ਬਿਨਾਂ ਕਰਦਾ, ਉਹ ਵਿਰਲਾ ਟਾਵਾਂ ਹੀ ਹੋਊਗਾ। ਬਹੁਤੇ ਜਿਹੜੇ ਸਿਆਸਤਦਾਨ ਆ ਉਹ ਇਸੇ ਤਰ੍ਹਾਂ ਹੀ ਰੈਲੀਆਂ ਜਿਹੜੀਆਂ ਔਰਗਨਾਈਜ਼ ਕਰਦੇ ਆ। ਤਾਂ ਇਹਨਾਂ ਲਈ ਨੁਕਸਾਨਦਾਇਕ ਚੀਜ਼ ਇਸ ਕਰਕੇ ਆ ਕਿਉਂਕਿ ਇਹ ਦੁਬਾਰਾ ਤੋਂ ਆਪਣੀ ਜੜ ਜਿਹੜੀ ਆ ਉਹ ਮਜ਼ਬੂਤ ਕਰ ਰਹੇ ਆ ਅਕਾਲੀ ਦਲ ਨੇ। ਤਾਂ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਨੇ ਉਹ ਇਹਨਾਂ ਦੀ ਛਵੀ ਤੇ ਉਲਟ ਪ੍ਰਭਾਵ ਪਾਉਂਦੀ ਹੈ। ਖੈਰ ਅੱਜ ਕੱਲ੍ਹ ਥੋੜਾ ਜਿਹਾ ਸਮਾਂ ਤੁਹਾਨੂੰ ਪਤਾ ਹੀ ਹੈ ਕਿ ਇਹਨਾਂ ਦਾ ਪ੍ਰਤੀਕੂਲਤਾ ਵਾਲਾ ਹੀ ਆ। ਹੁਣ ਇਹਨਾਂ ਨੂੰ ਫੰਡਾਂ ਦੀ ਥੋੜੀ ਜਿਹੀ ਘਾਟ ਰੜਕਦੀ ਪਈ ਆ, ਇਸੇ ਕਰਕੇ ਅੱਜ ਇਹਨਾਂ ਨੇ ਐਲਾਨ ਕਰ ਦਿੱਤਾ। ਆਪਣੇ ਜਿਹੜੇ ਇਹਨਾਂ ਦੇ ਜਥੇਦਾਰ ਆ ਉਹਨਾਂ ਨੂੰ ਕਿਹਾ ਕਿ ਭਾਈ ਤੋੜਾ ਪੈ ਗਿਆ, ਅਕਾਲੀ ਦਲ ਨੂੰ ਜ਼ਰੂਰਤ ਹੈ, ਜਿਵੇਂ ਅੱਗੇ ਕਹਿੰਦੇ ਹੁੰਦੇ ਸੀ ਨਾ ਕਿ ਪੰਥ ਖਤਰੇ 'ਚ ਆ, ਐਤਕੀ ਇਹਨਾਂ ਨੇ ਕਿਹਾ ਕਿ ਪੰਥਕ ਦਲ ਖਤਰੇ 'ਚ ਆ ਕਿਉਂਕਿ ਫੰਡਾਂ ਦੀ ਘਾਟ ਆ। ਸੋ ਦੱਸਦੇ ਆ ਕਿ ਜਿਵੇਂ ਜਨਰਲ ਸਕੱਤਰ, ਮੀਤ ਪ੍ਰਧਾਨ ਜਾਂ ਸਿਆਸੀ ਮਾਮਲਿਆਂ ਦੀਆਂ ਕਮੇਟੀਆਂ ਦੇ ਮੈਂਬਰ ਉਹਨਾਂ ਤੋਂ 50,000 ਰੁਪਇਆ ਚੰਦਾ ਲੈਣਗੇ, ਵਰਕਿੰਗ ਕਮੇਟੀ ਦੇ ਮੈਂਬਰਾਂ ਤੋਂ 21,000 ਰੁਪਇਆ, ਤੇ ਜਿੱਦਾਂ ਜਨਰਲ ਕੌਂਸਲ ਦੇ ਜਿਹੜੇ ਮੈਂਬਰ ਹੁੰਦੇ ਆ ਉਹਨਾਂ ਤੋਂ 5,000 ਰੁਪਇਆ। ਸੋ ਚੰਦੇ ਵੱਲੋਂ ਵੀ ਇਹਨਾਂ ਦੇ ਹੱਥ ਟੈਟ ਹੈ ਥੋੜੇ ਜਿਹੇ, ਪਰ ਆਹ ਜਿਹੜੀਆਂ ਚੀਜ਼ਾਂ ਨੇ ਇਹ ਇਹਨਾਂ ਦੀ ਪੋਜੀਸ਼ਨ ਵੀ ਟੈਟ ਕਰ ਰਹੀਆਂ। ਜੀ ਜੀ। ਅਗਲੀ ਗੱਲ ਕਰਦੇ ਕਹਿੰਦੇ ਤਰਨਤਾਰਨ ਵਿੱਚ ਬਦਮਾਸ਼ਾਂ ਨੇ ਆਮ ਆਦਮੀ ਪਾਰਟੀ ਦੇ ਆਗੂ ਨੂੰ ਮਾਰੀ ਗੋਲੀ। ਦੇਖੋ ਇਹ ਜੋ ਕੁਛ ਵਾਪਰਿਆ ਉੱਥੇ ਬੜਾ ਦਿਲ ਕੰਬਾਊ ਆ ਕਿਉਂਕਿ ਇਹ ਜਿਹੜਾ
ਆਮ ਆਦਮੀ ਪਾਰਟੀ ਦਾ ਆਗੂ ਸੀਗਾ ਚੇਤਨ ਸਿੰਘ। ਇਹਦੀ ਕੋਈ ਇਹਨਾਂ ਬਦਮਾਸ਼ਾਂ ਦੇ ਨਾਲ ਟਸਲਬਾਜ਼ੀ ਨਹੀਂ ਸੀ, ਕੋਈ ਇਹ ਖੁੰਦਕ ਨਹੀਂ ਸੀਗੀ, ਕੋਈ ਇਹਨਾਂ ਦੀ ਸਿਆਸੀ ਦੁਸ਼ਮਣੀ ਵੀ ਨਹੀਂ ਸੀਗੀ। ਅਸਲ ਦੇ ਵਿੱਚ ਦੱਸਦੇ ਆ ਕਿ ਪੱਟੀ ਦੇ ਲਾਗੇ 2-3 ਬਦਮਾਸ਼ ਸੀਗੇ, ਜਿਹੜੇ ਪਤਾ ਨਹੀਂ ਹੁਣ 2 ਜਾਂ 3 ਜਾਂ 4 ਇਸ ਤੋਂ ਵੱਧ ਹੋ ਸਕਦੇ ਆ। ਤਾਂ ਉਹ ਕਿਤੇ ਕੁੜੀ ਨਾਲ ਧੱਕਾ ਕਰਦੇ ਪਏ ਸੀਗੇ, ਸਾਹਮਣੇ ਕਿਤੇ ਇਹ ਬੰਦਾ ਆਉਂਦਾ ਪਿਆ ਸੀਗਾ। ਇਹਨੇ ਜਦੋਂ ਡੱਕਿਆ ਉਹਨਾਂ ਨੂੰ, ਹਾਲਾਂਕਿ ਕੁੜੀ ਤਾਂ ਬਚ ਗਈ, ਪਰ ਇਹਦੇ ਉਹਨਾਂ ਨੇ 2 ਫੈਰ ਮਾਰੇ ਆ ਤੇ ਗੰਭੀਰ ਹਾਲਤ ਦੇ ਵਿੱਚ ਜਿਹੜੇ ਇਲਾਜ ਹੈ ਚੇਤਨ ਸਿੰਘ। ਪਰ ਸਭ ਤੋਂ ਵੱਡਾ ਸਵਾਲ ਤੇ ਇਹੋ ਆ ਨਾ ਕਿ ਚੋਣ ਜ਼ਾਬਤਾ ਲੱਗਿਆ ਹੋਇਆ, ਇਹਨਾਂ ਨੇ ਅਖਬਾਰਾਂ ਕਾਲੀਆਂ ਕਰ ਛੱਡੀਆਂ ਕਿ ਅਸਲੇ ਜਮ੍ਹਾਂ ਕਰਾਓ ਜੀ, ਅਸਲੇ ਜਮ੍ਹਾਂ ਕਰਾਓ। ਜਿਨ੍ਹਾਂ ਨੇ ਅਸਲਾ ਜਮ੍ਹਾਂ ਨਾ ਕਰਾਇਆ ਤਾਂ ਫਿਰ ਉਹਨਾਂ ਨਾਲ ਸਖਤੀ ਨਾਲ ਨਜਿੱਠਾਂਗੇ। ਤਾਂ ਇਹ ਅਸਲਾ ਕਿਵੇਂ ਚੁੱਕੀ ਫਿਰਦੀ ਆ ਬੜੀ, ਇਹ ਬਹੁਤ ਵੱਡਾ ਸਵਾਲ ਆ ਕਿ ਕੋਡ ਆਫ ਕੰਡਕਟ ਲੱਗਾ ਇੱਥੇ। ਸਾਡੇ ਵਰਗੇ ਜੇ ਕਿਤੇ 4 ਛਿੰਡੜ ਵੀ ਖੜਨੇ ਹੋਣ ਨਾਲ, ਉਹ ਵੀ ਡਰਦੇ ਆ ਕਿ ਅੱਗੋਂ ਘੇਰ ਨਾ ਲੈਣ ਕੇ ਭਾਈ ਤੁਸੀਂ ਪੈਸੇ ਕਿਤੇ ਨਾ ਚੁੱਕੀ ਫਿਰਦੇ ਹੋ, ਕਿਉਂਕਿ ਇੱਥੇ ਸਾਨੂੰ ਤਾਂ ਇਹ ਕਿਹਾ ਗਿਆ ਕਿ 50,000 ਰੁਪਈਆ ਤੋਂ ਵੱਧ ਤੁਸੀਂ ਕੈਰੀ ਨਹੀਂ ਕਰ ਸਕਦੇ, ਤੁਹਾਨੂੰ ਕਾਰਨ ਦੱਸਣਾ ਪਊਗਾ, ਤੁਹਾਨੂੰ ਸਾਰੇ ਸਬੂਤ ਪੇਸ਼ ਕਰਨੇ ਪੈਣਗੇ। ਯਾਨੀ ਇੱਕ ਪਾਸੇ ਆਮ ਬੰਦੇ ਲਈ ਇੰਨੀ ਸਖਤਾਈ ਆ ਕਿ ਹਾਈਵੇ ਤੇ ਜਾਂਦੀ ਕਾਰ, ਮੋਟਰਸਾਈਕਲ ਕਿਤੇ ਵੀ ਰੋਕ ਕੇ ਚੈਕਿੰਗ ਕੀਤੀ ਜਾ ਸਕਦੀ ਆ। ਤਾਂ ਦੂਜੇ ਪਾਸੇ ਇਹੋ ਜਿਹੇ ਲੋਕ, ਇਹੋ ਜਿਹੇ ਬਦਮਾਸ਼ ਹੈ ਜਿਹੜੇ ਹਰਲ ਕਰਦੇ ਫਿਰਦੇ ਆ। ਔਰ ਦੇਖੋ ਇਹ ਚੀਜ਼ ਉਸੇ ਤਰ੍ਹਾਂ ਹੀ ਆਪਾਂ ਦੇਖ ਸਕਦੇ ਹਾਂ ਜਿੱਦਾਂ ਸ਼ਹਿਤਾ ਕਾਂਡ ਵਾਪਰਿਆ ਸੀ, ਤੁਹਾਨੂੰ ਯਾਦ ਹੋਣਾ ਕਾਲੀ ਭਾਜਪਾ ਸਰਕਾਰ ਦੇ ਵਿੱਚ। ਤੇ ਉੱਥੇ ਵੀ ਇਸੇ ਤਰ੍ਹਾਂ ਦੀ ਛੇੜਛਾੜ ਦਾ ਵਿਰੋਧ ਜਿਹੜਾ ਉਹ ਇੱਕ ਥਾਣੇਦਾਰ ਨੂੰ ਆਪਣੀ ਜਾਨ ਦੀ ਕੀਮਤ ਅਦਾ ਕਰਕੇ ਚੁਕਾਉਣਾ ਪਿਆ। ਸੋ ਇਹੀ ਇੱਥੇ ਹੁਣ ਲਾਗੂ ਕਰਕੇ ਦੇਖ ਸਕਦੇ ਹਾਂ। ਚਲੋ ਜਾਨ ਬਚ ਗਈ ਆ ਤੇ ਆਪਾਂ ਦੁਆ ਵੀ ਕਰਦੇ ਹਾਂ ਕਿ ਇਹੋ ਜਿਹਾ ਦਲੇਰ ਬੰਦਾ ਜਿਹੜਾ ਉਹ ਜਲਦੀ ਸਿਹਤਯਾਬ ਹੋ ਜਾਵੇ। ਪਰ ਜੋ ਲਾਅ ਐਂਡ ਆਰਡਰ ਦੀ ਸਥਿਤੀ ਹੈ ਜਾਂ ਮਾਡਲ ਕੋਡ ਆਫ ਕੰਡਕਟ ਲਾਗੂ ਹੋਣ ਤੋਂ ਬਾਅਦ ਵੀ ਜਿਸ ਤਰ੍ਹਾਂ ਦਾ ਮਾਹੌਲ ਆ, ਉਹ ਆਪਣੇ ਆਪ ਦੇ ਵਿੱਚ ਪ੍ਰਸ਼ਾਸਕੀ ਵਿਵਸਥਾ ਤੇ ਬਹੁਤ ਵੱਡਾ ਸਵਾਲ ਆ। ਜੀ ਜੀ ਜੀ। ਅਗਲੀ ਜਿਹੜੀ ਗੱਲ ਕਰਦੇ, ਕਹਿੰਦੇ ਬੱਬੀ ਬਾਦਲ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਵਿੱਚ ਹੋਏ ਸ਼ਾਮਲ। ਇਹਨਾਂ ਨੇ ਟਕਸਾਲੀਆਂ ਦਾ ਇੱਕ ਭਤੀਜਾ ਪਟਿਆ ਸੀਗਾ, ਉਹ ਬਾਦਲੀਆਂ ਦਾ ਭਤੀਜਾ ਪੱਟ ਕੇ ਲੈ ਗਏ, ਯਾਨੀ ਭਤੀਜਾ ਬਰੋਬਰ ਹੋ ਗਿਆ। ਸੋ ਇਹ ਖਬਰ ਸੀਗੀ ਅੱਜ ਦੇ ਅਖਬਾਰਾਂ ਦੀ ਕਿ ਰਣਜੀਤ ਸਿੰਘ ਬ੍ਰਹਮਪੁਰਾ ਦਾ ਭਤੀਜਾ ਜਿਹੜਾ ਉਹ ਸ਼ਾਮਲ ਹੋ ਗਿਆ ਜੀ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵਿੱਚ। ਉਹਦਾ ਨਾਮ ਸ਼ਾਇਦ ਗੁਰਿੰਦਰ ਸਿੰਘ ਧੋਨੀ ਸੀਗਾ। ਤਾਂ ਬ੍ਰਹਮਪੁਰਾ ਸਾਹਿਬ ਕਹਿੰਦੇ ਕਿ ਦੇਖੋ ਜੀ ਮੇਰਾ ਸਕਾ ਭਤੀਜਾ ਤੇ ਹੈ ਨੀਗਾ, ਘਰਾਂ ਦੇ ਵਿੱਚੋਂ ਆ, ਭਾਈਚਾਰੇ ਚੋਂ ਆ, ਤੇ ਸ਼ਰੀਕਾ ਕਦੋਂ ਭਲੀ ਚਾਹੁੰਦਾ ਹੁੰਦਾ। ਇਹਨਾਂ ਨੇ ਅੱਗੇ ਵੀ ਮੇਰੀ ਮੁਖਾਲਫਤ ਕੀਤੀ ਆ। ਪਰ ਦੁਪਹਿਰ ਤੱਕ ਇਹ ਖਬਰ ਆ ਗਈ ਕਿ ਇਹਨਾਂ ਨੇ ਬੱਬੀ ਬਾਦਲ ਨੂੰ ਆਪਣੀ ਪਾਰਟੀ ਦੇ ਵਿੱਚ ਸ਼ਾਮਲ ਕਰ ਲਿਆ ਟਕਸਾਲੀਆਂ ਨੇ। ਬੱਬੀ ਬਾਦਲ ਹੈ ਜਿਹੜਾ ਉਹ ਬਾਦਲ ਪਰਿਵਾਰ ਦਾ ਹੀ ਮੈਂਬਰ ਆ। ਤਾਂ ਮੇਰੇ ਖਿਆਲ ਦੇ ਨਾਲ ਇੱਕ ਬਹੁਤ ਵੱਡਾ ਝਟਕਾ, ਕਿਉਂਕਿ ਇਹਨਾਂ ਨੇ ਜਿਸ ਤਰੀਕੇ ਨਾਲ ਪ੍ਰੋਜੈਕਟ ਕੀਤਾ ਸੀਗਾ ਉਹ ਦਲ ਬਦਲੀ ਵਾਲਾ ਕੰਮ, ਇਹ ਟੋਨੀ ਸਾਹਿਬ ਨੂੰ ਜਿਸ ਤਰੀਕੇ ਨਾਲ ਪ੍ਰਮੋਟ ਕੀਤਾ ਗਿਆ ਅਖਬਾਰਾਂ ਦੇ ਵਿੱਚ, ਉਹ ਇਹੋ ਹੀ ਲੱਗਦਾ ਸੀਗਾ ਕਿ ਦਰਸਾਉਣਾ ਚਾਹੁੰਦੇ ਕਿ ਅਸੀਂ ਟਕਸਾਲੀਆਂ ਤੇ ਭਾਰੀ ਹਾਂ। ਅੱਜ ਵੀ ਉਹਨਾਂ ਦੇ ਇਲਾਕੇ 'ਚ ਭਾਰੀ ਆ, ਉਹਨਾਂ ਦੇ ਪਰਿਵਾਰ ਤੱਕ ਵੀ ਸਾਡੀ ਪਕੜ ਆ। ਪਰ ਜਿਉਂ ਹੀ ਅੱਜ ਇਹ ਧਮਾਕਾ ਹੋਇਆ, ਮੇਰੇ ਖਿਆਲ ਦੇ ਨਾਲ ਉਹ ਜਿਹੜੀ ਉਸ ਖਬਰ ਦੀ ਰੰਗਤ ਸੀਗੀ ਉਹਦੇ ਵਿੱਚ ਭੰਗ ਪੈ ਗਿਆ, ਰੰਗ ਦੇ ਵਿੱਚ ਭੰਗ ਪੈ ਗਿਆ। ਤਾਂ ਖੈਰ ਬੱਬੀ ਬਾਦਲ ਕਿਉਂ ਗਏ ਆ ਉਹ ਤੇ ਦੱਸਦੇ ਪਏ ਆ ਕਿ ਜੀ ਦੇਖੋ ਇਸ ਕਰਕੇ ਮੈਨੂੰ ਛੱਡਣਾ ਪਿਆ ਦਲ, ਕਿਉਂਕਿ ਨੈਤਿਕ ਕਦਰਾਂ ਕੀਮਤਾਂ ਹੁੰਦੀਆਂ ਜਾਂ ਜਿਹੜੀਆਂ ਹੋਰ ਦਲ ਦੀਆਂ ਕਦਰਾਂ ਕੀਮਤਾਂ ਹੁੰਦੀਆਂ ਉਹਦੇ ਵਿੱਚ ਨਿਗਾਰ ਆ ਗਿਆ ਸੀਗਾ। ਤੇ ਇਹ ਨਿਗਾਰ 2015 ਤੋਂ ਸ਼ੁਰੂ ਹੋਇਆ। ਫਿਰ ਉਹਨਾਂ ਨੇ ਵਿਕਰਮ ਮਜੀਠੀਏ ਦਾ ਜਿਹੜਾ ਪ੍ਰਭਾਵ ਵਧਿਆ ਉਹਦੀ ਵੀ ਗੱਲ ਕੀਤੀ ਆ। ਸੋ ਬਾਕੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਜਾਂ ਗੋਲੀ ਕਾਂਡ ਹੋਇਆ ਉਹ ਤੇ ਫਿਰ ਉਹਨਾਂ ਨੇ ਗਿਣਾਉਣਾ ਹੀ ਹੈ, ਟਕਸਾਲੀਆਂ 'ਚ ਗਏ ਆ। ਖੈਰ ਇਹ ਜੋ ਮਰਜ਼ੀ ਕਾਰਨ ਗਿਣਾਈ ਜਾਣ, ਪਰ ਅਸਲ ਦੇ ਵਿੱਚ ਸੱਚਾਈ ਇਹ ਵੀ ਆ ਕਿ ਬੱਬੀ ਬਾਦਲ ਜਿਵੇਂ ਆਮ ਲੀਡਰ ਆਕਾਂਖਸ਼ਾਵਾਦੀ ਹੁੰਦੇ ਆ, ਤਾਂ ਇਹ ਵੀ ਆਕਾਂਖਸ਼ਾ ਰੱਖਦਾ ਸੀਗਾ, ਵੱਡੀ ਆਕਾਂਖਸ਼ਾ ਰੱਖਦਾ ਸੀਗਾ ਕਿ ਮੇਰੀ ਵੀ ਸਿਆਸਤ ਦੇ ਵਿੱਚ ਤਰੱਕੀ ਹੋਣੀ ਚਾਹੀਦੀ ਆ। ਤੇ ਇਹਨੂੰ ਮੇਰੇ ਖਿਆਲ ਦੇ ਨਾਲ ਉਹਨਾਂ ਨੇ ਕਦੇ ਕਾਉਂਸਲਰ ਦੀ ਵੀ ਟਿਕਟ ਨਹੀਂ ਦਿੱਤੀ। ਤਾਂ ਜਦੋਂ ਅਣਦੇਖੀ ਬੰਦਾ ਬਰਦਾਸ਼ਤ ਕਰਦਾ ਥੱਕ ਜਾਂਦਾ ਤਾਂ ਫਿਰ ਉਹ ਨਵਾਂ ਰਸਤਾ ਤਲਾਸ਼ਦਾ। ਸ਼ਾਇਦ ਐਸਾ ਰਸਤਾ ਤਲਾਸ਼ਿਆ ਜਾ ਰਿਹਾ ਕਿ ਜਿੱਥੋਂ ਜੇ ਮੰਨ ਲਓ ਕੱਲ ਨੂੰ ਮੋੜਾ ਪਾ ਕੇ ਪਿੱਛੇ ਬੈਗੇਰ ਲਾ ਕੇ ਆਉਣਾ ਵੀ ਪਵੇ ਤਾਂ ਬਹੁਤੀ ਦਿੱਕਤ ਨਾ ਹੋਵੇ, ਪਰੇਸ਼ਾਨੀ ਨਾ ਹੋਵੇ। ਤਾਂ ਇਹ ਕਿਹਾ ਜਾਵੇ ਕਿ ਅਸੀਂ ਕਾਲੀ ਸੀਗੇ ਤੇ ਬਾਅਦ ਦੇ ਵਿੱਚ ਜੇ ਟਕਸਾਲੀ ਹੋਏ ਤੇ ਤਾਂ ਵੀ ਕਾਲੀ ਰਹੇ ਆ, ਜੇ ਟਕਸਾਲੀਆਂ ਤੋਂ ਫੇਰ ਬਾਦਲ ਦਲ ਦੇ ਕਾਲੀ ਹੋਇਆ ਤਾਂ ਕੋਈ ਫਰਕ ਨਹੀਂ। ਜੀ ਰਾਹ ਪਹਿਲਾਂ ਭਵਿੱਖ ਦੇ ਪਹਿਲਾਂ ਪੱਧਰੇ ਕਰਕੇ ਰੱਖਦੇ ਨੇ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰੀਏ, ਕਹਿੰਦੇ ਮਨਤਾਰ ਸਿੰਘ ਬਰਾੜ ਪਹੁੰਚਿਆ ਹਾਈ ਕੋਰਟ।
ਦੇਖੋ ਮਨਤਾਰ ਸਿੰਘ ਬਰਾੜ ਦੀਆਂ ਜਿਹੜੀਆਂ ਕੋਸ਼ਿਸ਼ਾਂ ਹੁਣ ਅੰਤਮ ਪੜਾਵਾਂ ਤੇ ਹੀ ਆ, ਕਿਉਂਕਿ ਹਾਈ ਕੋਰਟ ਦੇ ਵਿੱਚ ਪਹੁੰਚ ਗਏ ਆ। ਸੈਸ਼ਨ ਕੋਰਟ ਨੇ ਇਹਨਾਂ ਨੂੰ ਕੋਈ ਰਿਆਇਤ ਨਹੀਂ ਸੀ ਦਿੱਤੀ, ਤਾਂ ਹੁਣ ਹਾਈ ਕੋਰਟ ਨੇ ਇਹਨਾਂ ਨੂੰ ਪੰਜਾਬ ਸਰਕਾਰ ਵਾਲਿਆਂ ਨੂੰ ਨੋਟਿਸ ਜਾਰੀ ਕੀਤਾ 19 ਮਾਰਚ ਦੇ ਲਈ। ਤੋ ਜਿਹੜੀ SIT ਆ ਉਹਨਾਂ ਨੇ ਵੀ ਜਾ ਕੇ ਇੱਕ ਬਹੁਤ ਤਕੜਾ ਗਰਾਊਂਡ ਜਿਹੜਾ ਪੇਸ਼ ਕੀਤਾ। ਇੱਕ ਤੇ ਆ ਕੇ ਬਹੁਤ ਸਾਰੀਆਂ ਫੋਨ ਕਾਲ ਰਿਕਾਰਡ ਤੇ ਨੇ ਜਿਨ੍ਹਾਂ ਦੇ ਵਿੱਚ ਮਨਤਾਰ ਸਿੰਘ ਬਰਾੜ ਜਿਹੜਾ ਉਹ ਵੱਖ-ਵੱਖ ਥਾਵਾਂ ਤੇ ਇਨ ਟੱਚ ਸੀਗਾ, ਜਿਸ ਤੇ ਸਾਰੀਆਂ ਚੀਜ਼ਾਂ ਵਾਪਰਦੀਆਂ। ਦੂਜਾ ਜਾ ਕੇ ਉਹਨਾਂ ਨੇ ਗਰਾਊਂਡ ਇਹ ਪੇਸ਼ ਕੀਤਾ ਵਾ ਕਿ ਇਹਦੇ ਦਬਾਅ ਕਰਕੇ, ਕਿਉਂਕਿ ਇਹ ਬਹੁਤ ਤਕੜਾ ਅਕਾਲੀ ਆਗੂ ਸੀਗਾ, ਉਸ ਸਮੇਂ ਦਾ ਵਿਧਾਇਕ ਸੀਗਾ ਕੋਟਕਪੂਰੇ ਦਾ, ਕਿ ਜਿਹੜੇ ਜ਼ਖਮੀ ਹੋਏ ਸੀਗੇ ਗੋਲੀਕਾਂਡ ਦੇ ਵਿੱਚ, ਲਾਠੀ ਚਾਰਜ ਦੇ ਵਿੱਚ, ਉਹਨਾਂ ਦਾ ਇਲਾਜ ਤੱਕ ਨਹੀਂ ਹੋਣ ਦਿੱਤਾ ਇਹਨੇ ਸਰਕਾਰੀ ਹਸਪਤਾਲ। ਤਾਂ ਇਹ ਇੱਕ ਬਹੁਤ ਵੱਡਾ ਗਰਾਊਂਡ ਆ। ਪਰ ਦੇਖਦੇ ਹਾਂ ਕਿ ਹੁਣ ਇਹਨਾਂ ਦੀ ਉੱਥੇ ਕੀ ਵੁਕਤ ਪੈਂਦੀ ਆ। ਪਰ ਆਪਾਂ ਦੇਖਿਆ ਜਿੱਦਾਂ ਉਮਰਾ ਨੰਗਲ ਦੀ ਜ਼ਮਾਨਤ ਹੋਈ ਆ, ਜਿੱਦਾਂ ਦੂਸਰੇ ਪੁਲਿਸ ਅਧਿਕਾਰੀਆਂ ਦੀ ਜ਼ਮਾਨਤ ਹੋਈ ਆ, ਹਾਲਾਂਕਿ ਚਰਨਜੀਤ ਸ਼ਰਮਾ ਅਨਲਕੀ ਰਿਹਾ ਇਹਨਾਂ ਦੇ ਵਿੱਚੋਂ, ਬਾਕੀ ਪੁਲਿਸ ਅਫਸਰਾਂ ਜਿਸ ਤਰੀਕੇ ਦੇ ਨਾਲ ਜ਼ਮਾਨਤਾਂ ਲੈ ਗਏ ਆ, ਔਰ ਨਾਲ ਜ਼ਮਾਨਤਾਂ ਹੀ ਨਹੀਂ ਪ੍ਰੋਟੈਕਸ਼ਨ ਵੀ ਲੈ ਗਏ ਆ ਕੋਰਟ ਤੋਂ, ਤਾਂ ਉੱਥੇ ਕਿਤੇ ਨਾ ਕਿਤੇ SIT ਦਾ ਸਾਰਾ ਕੀਤਾ ਕਰਾਇਆ ਜਿਹੜਾ ਉਹ ਢਿੱਲਾ ਵੀ ਪਿਆ, ਥੋੜਾ ਫਿੱਕਾ ਵੀ ਪਿਆ। ਤੇ ਜੇ ਮੰਨ ਲਓ ਮਨਤਾਰ ਸਿੰਘ ਬਰਾੜ ਨੂੰ ਵੀ ਹਾਈ ਕੋਰਟ ਦੇ ਵਿੱਚੋਂ ਇਸ ਤਰ੍ਹਾਂ ਦੀ ਰਾਇਤ ਮਿਲ ਜਾਂਦੀ ਆ ਤੇ SIT ਦਾ ਸਾਰਾ ਕੀਤਾ ਕਰਾਇਆ ਜਿਹੜਾ ਉਹ ਢਿੱਲਾ ਹੀ ਨਹੀਂ, ਉਹ ਸ਼ੱਕੀ ਵੀ ਹੋ ਜਾਊਗਾ ਫਿਰ। ਜੀ ਜੀ। ਤੇ ਮਿੰਟੂ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ। ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤਿਓ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਆ ਹੁਣ ਸਮਾਪਤ ਹੈ। ਮਿਲਦੇ ਹਾਂ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਵੱਲੋਂ ਵੀ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਹਾਡੇ ਬੱਚੇ ਦਾ ਵਿਆਹ, ਮੈਂ ਸੋਚਿਆ ਵੀ ਜਾ ਕੇ ਪਤਾ ਕਰੀਏ, ਲਿਖਾਓ ਕੀ ਕੀ ਰਿਕੁਆਇਰਮੈਂਟ ਹੈ। ਹਾਂਜੀ ਦੇਖੋ 1300 ਤੋਂ 1400 ਤੱਕ ਦੀ ਸਾਡੀ ਗੈਦਰਿੰਗ ਹੋਏਗੀ। ਐਨੀ? ਤੇ ਪਾਰਟੀ ਹਾਲ ਮੈਨੂੰ ਬਿਲਕੁਲ ਨਵਾਂ ਨਕੋਰ ਚਾਹੀਦਾ। ਅੱਛਾ ਜੀ। ਤੇ ਫੂਡ ਦੀ ਕੁਆਲਿਟੀ ਨਾਲ ਪਲੀਜ਼ ਕੋਈ ਕੰਪਰੋ ਨਹੀਂ ਚਾਹੀਦਾ। ਅੱਛਾ ਜੀ। ਤੇ ਡੈਕੋਰੇਸ਼ਨ ਜਿਹੜੀ ਉਹ ਬਿਲਕੁਲ ਲਾਜਵਾਬ ਹੋਵੇ। ਅੱਛਾ ਜੀ। ਐਂਡ ਮੋਰ ਓਵਰ ਇੰਨੀ ਕੁ ਗੈਦਰਿੰਗ ਆ ਤਾਂ ਪਾਰਕਿੰਗ ਸਪੇਸ ਵੀ ਖੁੱਲੀ ਹੋਣੀ ਚਾਹੀਦੀ ਆ। ਚੰਗਾ ਫਿਰ ਮੈਡਮ ਜੀ ਮੈਂ ਤੇ ਚੱਲਦਾ। ਹੁਣ ਤੁਸੀਂ ਕਿੱਥੇ ਚੱਲੇ? ਇੰਨਾ ਵੱਡਾ ਕੰਮ ਸਾਡੇ ਕੋਲੋਂ ਨਹੀਂ ਸੰਭਿਆ ਜਾਣਾ। ਮਿਰਾਜ ਫॉर ਯੂ ਵਾਲੇ ਰਾਜਾ ਸਿੰਘ ਨੂੰ ਫੋਨ ਕਰ ਲਓ। ਮਿਰਾਜ ਬੈਂਕਟ ਹਾਲ, ਜਿਨ੍ਹਾਂ ਕੋਲ ਨੇ 2 ਬੈਂਕਟ ਹਾਲ 300 ਤੇ 1000 ਦੀ ਕੈਪੈਸਿਟੀ ਵਾਲੇ। ਮਿਰਾਜ ਬੈਂਕਟ ਹਾਲ ਜਿਨ੍ਹਾਂ ਕੋਲ ਹੈ ਨੰਬਰ 1 ਕੇਟਰਿੰਗ ਇਨ ਟਾਊਨ, ਬੈਸਟ ਸਵੀਟਸ ਤੇ ਤੁਹਾਡੇ ਫੰਕਸ਼ਨ ਲਈ ਬੈਸਟ ਐਂਬੀਐਂਸ। For more information, call Raja Singh 9168656659 या परमप्रीत सिंह डड्डी 6615103143। ਹਾਂਜੀ ਕੀ ਗੱਲ, ਇਮਾਨਦਾਰ ਤਸੱਲੀ ਬਖਸ਼ ਟਰੱਕ ਸਿਖਾਉਣ ਵਾਲਾ ਨਹੀਂ ਮਿਲ ਰਿਹਾ? ਫਿਕਰ ਨਾਟ, ਮੇਰਾ ਵੀ ਇਹੀ ਹਾਲ ਸੀ, ਪਰ ਹੁਣ ਮੈਂ ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ ਵੱਲੋਂ ਦਵਾਇਆ ਹੋਇਆ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਲੈ ਕੇ ਪੂਰਾ ਅਮਰੀਕਾ ਹੀ ਗਾ ਲਿਆ। ਤੁਸੀਂ ਵੀ ਟਰੱਕ ਸਿੱਖਣ ਦੇ ਲਈ ਅੱਜ ਹੀ ਕਾਲ ਕਰੋ ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ ਵਾਲਿਆਂ ਨੂੰ 530 777 6737। ਇਹ ਤੁਹਾਨੂੰ ਬਹੁਤ ਹੀ ਵਧੀਆ ਤਰੀਕੇ ਦੇ ਨਾਲ